ਹੁਕਮਨਾਮਾ ਦਾ ਮਤਲਬ ਹੁੰਦਾ ਵਾਕ ਲੈਣਾ, ਆਵਾਜ਼ਾਂ ਲੈਣਾ। ਮੈਂ ਕੋਈ ਆਪਣੇ ਕੋਲੋਂ ਕੋਈ ਤਰੀਕਾ ਨਹੀਂ ਦੱਸ ਰਿਹਾ ਹੁਕਮਨਾਮਾ ਕਿਵੇਂ ਲੈਣਾ ਚਾਹੀਦਾ ਹੈ। ਇਹ ਸਿੱਖ ਹਯਾਤ ਮਰਿਆਦਾ, ਜਿਹੜੀ ਪੰਥ ਪ੍ਰਵਾਨਿਤ ਹਯਾਤ ਮਰਿਆਦਾ ਵੇ, ਸਿੱਖ ਹਯਾਤ ਮਰਿਆਦਾ, ਉਹਦੇ ਵਿੱਚ ਬਕਾਇਦਾ ਲਿਖਿਆ ਹੋਇਆ ਇਸ ਤਰੀਕੇ ਦੇ ਨਾਲ ਹੁਕਮਨਾਮਾ ਲੈਣਾ ਚਾਹੀਦਾ ਹੈ। ਜਦ ਕਿ ਬਹੁਤ ਘੱਟ ਲੋਕੀ ਉਸੇ ਹੀ ਤਰੀਕੇ ਨਾਲ ਲੈਂਦੇ ਨੇ, ਸਾਰੇ ਆਪਣੇ ਆਪਣੇ ਤਰੀਕੇ ਨਾਲ ਲੈਂਦੇ ਨੇ। ਬਹੁਤ ਘੱਟ ਲੋਕੀ ਨੇ ਜਿਹੜੇ ਉਸ ਮਰਿਆਦਾ ਦੇ ਅਕੋਰਡਿੰਗ ਲੈਂਦੇ ਨੇ, ਕਿਉਂਕਿ ਇਹ ਅਕਾਲ ਤਖਤ ਤੋਂ ਪ੍ਰਵਾਨਿਤ ਸਿੱਖ ਹਯਾਤ ਮਰਿਆਦਾ ਜੋ ਸਾਨੂੰ ਸਾਡੀ ਇਕਸਾਰਤਾ ਦਾ ਪ੍ਰਤੀਕ ਹੈ, ਉਹ ਹਯਾਤ ਮਰਿਆਦਾ, ਉਹਦੇ ਅਕੋਰਡਿੰਗ ਹਰ ਇੱਕ ਸਿੱਖ ਦੇ ਵਿੱਚ ਕੋਈ ਵੀ ਅੰਤਰ ਨਾ ਹੋਵੇ, ਇੱਕੋ ਜਿਹੀ ਸਾਡੀ ਰਹਿਣੀ ਹੋਵੇ, ਜਿਹਨੂੰ ਉੱਪਰ ਲਿਖਿਆ ਹੋਇਆ ਸ਼ਖਸੀ ਰਹਿਣੀ ਜਾਂ ਪੰਥਕ ਰਹਿਣੀ ਇੱਕੋ ਜਿਹੀ, ਇੱਕ ਬਰਾਬਰ ਦੀ ਹੋਵੇ। ਚਾਰ ਸਿੱਖ ਬੈਠੇ ਨੇ, ਚਾਰਾਂ ਦੇ ਵਿੱਚ ਕੋਈ ਫਰਕ ਨਾ ਹੋਵੇ, ਉਹਨਾਂ ਦੇ ਜੀਵਨ ਦੇ ਵਿੱਚ, ਉਹਨਾਂ ਦੇ ਅਭਿਆਸ ਦੇ ਵਿੱਚ, ਉਹਨਾਂ ਦੇ ਨਿਤਨੇਮ ਦੇ ਵਿੱਚ, ਉਹਨਾਂ ਦੇ ਵਿੱਚ ਗੁਰੂ ਦੇ ਵਿੱਚ ਕੋਈ ਵੀ ਡਿਫਰੈਂਸ ਨਾ ਹੋਵੇ। ਇੱਕੋ ਜਿਹਾ ਇਕਸਾਰਤਾ ਲਿਆਉਣ ਵਾਸਤੇ ਉਹਦਾ ਤਰੀਕਾ ਵੀ ਦਿੱਤਾ ਹੋਇਆ। ਹੁਕਮਨਾਮਾ ਲੈਣਾ ਹੈ ਹਰ ਗੁਰਦੁਆਰੇ ਦੇ ਵਿੱਚ, ਚਾਹੇ ਹੋਵੇ, ਚਾਹੇ ਪਰਸਨਲ ਕਿਸੇ ਸਿੱਖ ਨੇ ਲੈਣਾ ਹੋਵੇ, ਸਾਰਿਆਂ ਦਾ ਤਰੀਕਾ ਇੱਕੋ ਇੱਕ ਹੋਣਾ ਚਾਹੀਦਾ। ਠੀਕ ਹੈ ਵੀਰ ਜੀ। ਅੱਗੇ ਹੁਕਮਨਾਮਾ ਲੈਣ ਦਾ ਮਤਲਬ ਕੀ ਹੈ? ਹੁਣ ਹੁਕਮਨਾਮਾ ਲੈਣ ਦਾ ਮਤਲਬ ਹੁੰਦਾ ਹੈ ਦਰਸ਼ਨ ਕਰਨੇ, ਗੁਰੂ ਦੇ ਦਰਸ਼ਨ। ਹੁਣ ਕਈ ਦਰਸ਼ਨ ਕਰਨੇ ਕੀ ਹੈਗੇ ਆ, ਆਪਾਂ ਉੱਦਾਂ ਹੀ ਦੂਰੋਂ ਮੱਥਾ ਟੇਕ ਕੇ ਚਲੇ ਜਾਂਦੇ, ਆਪਾਂ ਕਹਿੰਦੇ ਦਰਸ਼ਨ ਕਰਨੇ। ਠੀਕ ਹੈ, ਆਪਾਂ ਜਿਹੜਾ ਨਹੀਂ ਆਉਂਦਾ ਉਹਨੂੰ ਆਪਾਂ ਜੋੜਨ ਵਾਸਤੇ ਵੀ ਕੁਝ ਪੁਆਇੰਟ ਤੱਕ, ਕੁਝ ਹੱਦ ਤੱਕ ਕਹਿ ਸਕਦੇ ਹਾਂ, ਚਲੋ ਠੀਕ ਹੈ। ਜਿਹੜਾ ਨਹੀਂ ਆਉਂਦਾ ਹੋਗਾ ਗੁਰੂ ਨੂੰ ਦੂਰੋਂ ਵੀ ਦੇਖ ਲਿਆ, ਚਲੋ ਉਹਦੇ ਵਾਸਤੇ ਉਹ ਵੀ ਹੈ। ਪਰ ਐਕਚੁਅਲੀ ਦਰਸ਼ਨ ਕਰਨਾ ਕੀ ਹੈ? ਉਹ ਹੈ ਹੁਕਮਨਾਮਾ ਲੈਣਾ, ਗੁਰੂ ਨਾਲ ਗੱਲ ਕਰਨੀ, ਗੁਰੂ ਨਾਲ ਗੱਲ ਕਰਨੀ, ਗੁਰੂ ਦਾ ਹੁਕਮ ਲੈਣਾ, ਉਹ ਹੈਗਾ ਗੁਰੂ ਦੇ ਦਰਸ਼ਨ ਕਰਨੇ। ਹੁਣ ਕਈ ਵਾਰ ਕੀ ਹੁੰਦਾ, ਕਈ ਸੱਜਣ ਹੁਕਮਨਾਮਾ ਨਹੀਂ ਲੈਂਦੇ, ਦਰਸ਼ਨ ਕਰਨ ਵਿੱਚ ਕੀ ਕਰਦੇ ਨੇ, ਉਹ ਕੇਵਲ ਹੁਮਾਲਾ ਸਾਹਿਬ ਚੁੱਕ ਲੈਂਦੇ ਨੇ, ਦੂਰੋਂ ਦੀ ਦੇਖ ਲਿਆ, ਉਹ ਸੋਚਦੇ ਨੇ ਦਰਸ਼ਨ ਹੋ ਗਏ। ਨਹੀਂ, ਦਰਸ਼ਨ ਲੈਣਾ ਕੀ ਹੈਗਾ? ਭਾਵ ਦਰਸ਼ਨ ਕਰਨਾ ਕੀ ਹੈ? ਹੁਕਮਨਾਮਾ ਲੈਣਾ ਹੀ ਦਰਸ਼ਨ ਕਰਨਾ, ਦਰਸ਼ਨ ਕਰਨਾ ਹੈ। ਰੁਮਾਲਾ ਚੁੱਕ ਕੇ ਕੇਵਲ ਦੇਖਣਾ, ਦਰਸ਼ਨ ਕਰਨਾ, ਇਹ ਮਨਮਤ ਹੈ, ਇਹ ਨਹੀਂ ਹੈ, ਕੋਈ ਗੁਰਮਤ ਨਹੀਂ ਹੈ। ਇਹ ਸਾਫ਼ ਤੌਰ ਦੇ ਉੱਤੇ ਸਿੱਖ ਹਯਾਤ ਮਰਿਆਦਾ ਦੇ ਵਿੱਚ ਲਿਖਿਆ ਹੋਇਆ। ਇਹ ਸਾਰੀਆਂ ਜਿਹੜੀਆਂ ਲੈਣਾ ਨੇ ਇਹ ਸਿੱਖ ਹਯਾਤ ਮਰਿਆਦਾ ਤੋਂ ਹੀ ਕਾਪੀ ਪੇਸਟ ਕੀਤੀਆਂ ਹੋਈਆਂ। ਠੀਕ ਹੈ। ਸੋ ਫਿਰ ਹੈਗਾ ਹੁਣ ਹੁਕਮਨਾਮਾ ਜਿਹੜਾ ਲੈਣਾ, ਉਹਦੀ ਮਰਿਆਦਾ ਕੀ ਹੈ? ਵੀ ਸਾਨੂੰ ਕਿਹੜੇ ਅੰਗ ਤੋਂ ਲੈਣਾ ਚਾਹੀਦਾ, ਵਿੱਚੋਂ ਲੈਣਾ ਚਾਹੀਦਾ, ਪਿੱਛੋਂ ਲੈਣਾ ਚਾਹੀਦਾ, ਉੱਪਰੋਂ ਲੈਣਾ ਚਾਹੀਦਾ, ਨੀਚੋਂ ਲੈਣਾ ਚਾਹੀਦਾ, ਉਹ ਕੀ ਹੈ? ਤਰੀਕਾ ਕੀ ਹੈ? ਸਾਰਿਆਂ ਦਾ ਤਰੀਕਾ ਇੱਕੋ ਜਿਹਾ ਹੋਣਾ ਚਾਹੀਦਾ। ਬੜਾ ਸਮਝੋ ਮੇਰੀ ਗੱਲ ਤੁਸੀਂ ਵੀ। ਉਹ ਤਰੀਕਾ ਕੀ ਹੈ? ਉਹ ਤਰੀਕਾ ਹੈਗਾ, ਹਾਂਜੀ ਬੇਟਾ, ਕਿਸੇ ਨੂੰ ਪਤਾ ਹੋਵੇ? ਹਾਂਜੀ ਹਾਂਜੀ ਬੇਟਾ ਦੱਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਕਮਨਾਮਾ ਸਾਹਿਬ ਸੱਜੀ ਸਾਈਡ, ਖੱਬੀ ਸਾਈਡ ਤੋਂ ਲੈਣਾ ਚਾਹੀਦਾ ਹੈ, ਉੱਪਰਲੇ ਪਾਸੇ, ਜਿਹੜਾ ਪਹਿਲਾ ਸ਼ਲੋਕ ਹੈ। ਬਿਲਕੁਲ ਠੀਕ ਹੈ। ਹੋ ਕੋਈ ਬੱਚਾ ਠੀਕ ਹੈ ਨੇ? ਬਿਲਕੁਲ ਠੀਕ ਕਿਹਾ ਉਹਨਾਂ ਨੇ। ਪਰ ਅਗਰ ਸ਼ਲੋਕ ਉੱਪਰੋਂ ਦੀ ਨਾ ਸ਼ੁਰੂ ਹੋਵੇ, ਨਾ ਸ਼ੁਰੂ ਹੁੰਦਾ ਹੋਵੇ, ਅਤੇ ਅਗਰ ਉਸ ਤੋਂ ਅਗਰ ਪਿਛਲੇ ਪੇਜ 'ਤੇ ਸ਼ੁਰੂ ਹੁੰਦਾ ਹੋਵੇ ਤਾਂ ਵੀ ਲੈ ਸਕਦੇ ਹਾਂ। ਅਤੇ ਆਪਾਂ ਪੰਨਾ ਪਲਟ ਕੇ ਉੱਥੋਂ ਹੁਕਮਨਾਮਾ ਲੈਂਦੇ। ਹਾਂਜੀ ਬੇਟਾ। ਮੇਰਾ ਇੱਕ ਕੁਐਸਚਨ ਹੈ ਕਿ ਆਪਣੀ ਜੋ ਮਰਿਆਦਾ ਹੈ ਉਹਦੇ ਵਿੱਚ ਲਿਖਿਆ ਹੈ ਕਿ ਆਪਾਂ ਲੈਫਟ ਅੰਗ 'ਤੇ ਟੌਪ ਤੋਂ ਲੈਂਦੇ ਹਾਂ ਹੁਕਮਨਾਮਾ, ਅਤੇ ਫਿਰ ਜਦੋਂ ਆਪਾਂ ਅੰਗ ਪਰਤਾ ਦਿੰਦੇ ਹਾਂ ਤਾਂ ਉਹ ਲੈਫਟ ਅੰਗ ਦਾ ਟੌਪ ਤਾਂ ਹੋਇਆ ਹੀ ਨਹੀਂ, ਫਿਰ ਅੰਗ ਪਰਤਾਣਾ ਕਿਉਂ? ਫਿਰ ਤੋਂ ਬੋਲੋ। ਜੋ ਮਰਿਆਦਾ ਹੈ ਉਹ ਇਹ ਹੈ ਕਿ ਆਪਾਂ ਲੈਫਟ ਅੰਗ ਦੇ ਟੌਪ ਤੋਂ ਹੁਕਮਨਾਮਾ ਲੈਂਦੇ ਹਾਂ, ਪਰ ਅਗਰ ਉੱਥੋਂ ਸ਼ੁਰੂ ਨਹੀਂ ਹੋ ਰਿਹਾ ਤਾਂ ਆਪਾਂ ਅੰਗ ਪਰਤਾ ਕੇ ਸੱਜੇ ਪਾਸੇ ਦੇ ਥੱਲੋਂ ਦੀ ਹੁਕਮਨਾਮਾ ਲੈਂਦੇ ਹਾਂ, ਤਾਂ ਉਹ ਤਾਂ ਸੱਜਾ ਅੰਗ ਹੋ ਗਿਆ ਨਾ, ਸਾਨੂੰ ਖੱਬੇ ਪਾਸੇ ਦੀ ਹੁਕਮਨਾਮਾ ਲੈਣਾ ਚਾਹੀਦਾ ਹੈ। ਐਕਚੁਅਲੀ ਇਹ ਕੀ ਹੈ? ਕੋਈ ਜਵਾਬ ਦੇ ਸਕਦਾ ਬੱਚਾ? ਕੋਈ ਜਵਾਬ ਦੇ ਸਕਦਾ? ਹਾਂਜੀ। ਹੁਕਮਨਾਮਾ ਜਦੋਂ ਲੈਂਦੇ ਹਾਂ ਤਾਂ ਹੁਕਮਨਾਮਾ ਸ਼ਲੋਕ ਦੇ ਸ਼ੁਰੂਆਤ ਤੋਂ ਲੈਣਾ ਹੁੰਦਾ, ਅਤੇ ਅਗਰ ਸ਼ਲੋਕ ਦੀ ਸ਼ੁਰੂਆਤ
ਪਿਛਲੇ ਪੰਨੇ ਤੋਂ ਵੀ ਪਿਛਲੇ ਅੰਗ ਤੋਂ ਵੀ ਹੁੰਦੀ ਹੋਵੇ ਤਾਂ ਜਾਇਜ਼ ਹੈ। ਐਕਚੁਅਲੀ ਪਹਿਲਾਂ ਸਾਡੇ ਮਨ ਵਿੱਚ ਇਹ ਤੁਹਾਨੂੰ ਕਲੀਅਰ ਹੋਣਾ ਚਾਹੀਦਾ ਹੈ ਵੀ ਅਸੀਂ ਗੁਰੂ ਦਾ ਹੁਕਮ ਲੈਣਾ ਹੈ। ਹੁਕਮਨਾਮਾ ਕਿਤੋਂ ਵੀ ਲਿਆ ਜਾ ਸਕਦਾ ਹੈਗਾ, ਵੀ ਸ਼ਬਦ ਪੜ੍ਹਨਾ ਆਪਾਂ ਕਿਤੋਂ ਵੀ ਪੜ੍ਹ ਸਕਦੇ ਹੈਗੇ। ਗੱਲ ਤਾਂ ਪਹਿਲਾਂ ਸਾਡੇ ਮਨ ਵਿੱਚ ਇਹ ਹੋਣਾ ਚਾਹੀਦੀ ਹੈ ਵੀ ਸਾਡੇ ਪੰਥਕ ਵਿੱਚ ਇਕਸਾਰਤਾ ਕੀ ਹੈ, ਇੱਕੋ ਜਿਹਾ ਇੱਕ ਤਰੀਕਾ। ਪਹਿਲਾਂ ਤਾਂ ਅਸੀਂ ਉਸ ਚੀਜ਼ ਨੂੰ ਮੰਨੀਏ ਵੀ ਜੋ ਪੰਥ ਕਹਿ ਰਿਹਾ ਹੈਗਾ ਅਸੀਂ ਉਸ ਨੂੰ ਪਹਿਵਾਨ ਕਰਨਾ ਹੈ, ਕਿਉਂਕਿ ਉਹ ਸਾਡੀ ਇਕਸਾਰਤਾ ਦੀ ਗੱਲ ਹੈ। ਬਾਹਰ ਅਸੀਂ ਕਿਸੇ ਨਾਲ ਲੜੀਏ ਮਰੀਏ ਜੋ ਮਰਜ਼ੀ ਕਰੀਏ, ਪਰ ਜਦੋਂ ਘਰ ਦੀ ਗੱਲ ਆਉਂਦੀ, ਪਰਿਵਾਰ ਦੀ ਗੱਲ ਆ ਜਾਂਦੀ ਹੈ, ਫਿਰ ਆਪਸੀ ਏਕਤਾ ਧਿਆਨ ਰੱਖਦੀ ਹੈ। ਹਾਂਜੀ ਬੇਟਾ। ਮਤਲਬ ਹੁਣ ਜਿਵੇਂ ਉਹਨਾਂ ਨੇ ਪਹਿਲੇ ਸ਼ਬਦ ਪੜ੍ਹਿਆ ਫਿਰ ਕਿਹਾ ਹੈ ਨਾ, ਮਤਲਬ ਸੋਕੋਟਲ ਅਸਲ ਵਿੱਚ ਕੀ ਹੈ, ਹੁਕਮਨਾਮਾ ਲੈਣ ਤੋਂ ਪਹਿਲਾਂ ਆਪਾਂ ਮੂਲ ਮੰਤਰ ਦਾ ਪਾਠ ਕਰਦੇ ਹਾਂ। ਮੂਲ ਮੰਤਰ ਦਾ ਪਾਠ ਕਰਨ ਦਾ ਮਤਲਬ ਉਸ ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰਨਾ। ਉਸ ਤੋਂ ਬਾਅਦ ਗੁਰੂ ਦੀ ਉਸਤਤ ਦੇ ਵਿੱਚ ਆਪਾਂ ਸ਼ਬਦ ਪੜ੍ਹਦੇ ਹਾਂ ਜਾਂ ਨਿਮਰਤਾ ਦੇ ਵਿੱਚ ਬੇਨਤੀ ਕਰਦੇ ਹਾਂ, ਜਿਵੇਂ ਡੰਡੋਤ ਬੰਦੇ ਨਾਨਕ ਵਾਰ ਸਰਬ ਕਲਾ ਸਮਰੱਥ, ਠੀਕ ਹੈ, ਇਹ ਪੜ੍ਹ ਸਕਦੇ ਆਪਾਂ। ਸੋ ਕੋ ਅਟਲ ਗੁਰ ਸੇਵੀਐ ਐਨ ਸੁਸੈ ਸੁਭਾਏ ਦਰਸ਼ਨ। ਹੁਣ ਇੱਥੇ ਗੁਰੂ ਦੀ ਦਰਸ਼ਨ ਦੀ ਗੱਲ ਆ ਗਈ। ਸੋ ਬੇਨਤੀ ਦੇ ਸ਼ਬਦ, ਗੁਰੂ ਦੀ ਉਸਤਤ ਦੇ ਸ਼ਬਦ, ਇਹ ਆਪਾਂ ਕੋਈ ਵੀ ਪੜ੍ਹ ਕੇ ਛੋਟਾ ਜਿਹਾ ਸ਼ਲੋਕ ਜਾਂ 4 ਪੰਕਤੀਆਂ ਅਖੀਰਲੀਆਂ ਆਪਾਂ ਪੜ੍ਹਦੇ ਹਾਂ। ਉਸ ਤੋਂ ਬਾਅਦ ਆਪਾਂ ਹੁਕਮਨਾਮਾ ਲੈਣਾ ਸ਼ੁਰੂ ਕਰਦੇ ਹਾਂ। ਅਸਲ ਵਿੱਚ ਕੀ ਹੈ ਗੱਲ, ਹੁਕਮਨਾਮਾ ਆਪਾਂ ਸਭ ਤੋਂ ਆਰੰਭ ਤੋਂ, ਖੱਬੇ ਪੰਨੇ ਤੋਂ, ਖੱਬੇ ਅੰਗ ਤੋਂ ਉੱਪਰਲਾ ਸ਼ਬਦ ਜਿਹੜਾ ਵੀ ਸ਼ੁਰੂ ਹੁੰਦਾ, ਚਾਹੇ ਉਹ ਸ਼ਲੋਕ ਹੋਵੇ ਚਾਹੇ ਉਹ ਸ਼ਬਦ ਹੋਵੇ, ਜਿਹੜਾ ਵੀ ਪਹਿਲਾ ਸ਼ਬਦ ਸ਼ੁਰੂ ਹੁੰਦਾ ਹੋਵੇ ਉੱਥੋਂ ਆਪਾਂ ਆਰੰਭ ਕਰਦੇ ਹਾਂ। ਮੰਨ ਲਓ ਖੱਬੇ ਅੰਗ ਤੋਂ ਪਹਿਲਾਂ ਸਟਾਰਟ ਹੁੰਦਾ ਵੀ ਜੀ ਕਿ ਕਿਵੇਂ ਸਲਾਈ ਦੇਖੋ, ਖੱਬੇ ਪੰਨੇ ਦੇ ਉਤਲੇ ਪਾਸਿਓਂ ਪਹਿਲਾ ਸ਼ਬਦ ਜੋ ਜਾਰੀ ਹੁੰਦਾ ਹੈ ਮੁੱਢ ਤੋਂ ਪੜ੍ਹਨਾ। ਉਹ ਦੇਖੋ ਫਿੰਗਰ ਰੱਖੀ ਹੋਈ ਹੈ, ਵੈਸੇ ਆਮ ਕਰਕੇ ਅਸੀਂ ਫਿੰਗਰ ਨਹੀਂ ਰੱਖਦੇ, ਠੀਕ ਹੈ, ਪਰ ਇਹ ਮੈਂਸ਼ਨ ਕਰਨ ਵਾਸਤੇ ਕੇਵਲ ਤੁਹਾਨੂੰ ਇੱਥੇ ਦਿਖਾਇਆ ਗਿਆ। ਵੈਸੇ ਆਪਾਂ ਫਿੰਗਰ ਨਹੀਂ ਰੱਖਦੇ ਹੈਗੇ ਕਿਉਂਕਿ ਕਈ ਵਾਰ ਹੱਥ ਗੰਦੇ ਹੁੰਦੇ ਨੇ, ਠੀਕ ਹੈ, ਅਤੇ ਇਹ ਮੈਲ ਵੀ ਲੱਗਦੀ ਹੈਗੀ ਹੈ ਅਤੇ ਫਿਰ ਲਾਈਫ ਵੀ ਅੰਗ ਦੀ ਪਿੰਨ ਦੀ ਘਟਦੀ ਹੈ। ਖੱਬੇ ਅੰਗ ਤੋਂ ਸਭ ਤੋਂ ਉੱਪਰਲਾ ਵੀ ਜੀ ਅੱਗੇ ਸਲਾਈਡ ਕਰੋ, ਦੇਖੋ ਉਹ ਦੇਖੋ, ਇੱਕ ਵਾਰ ਹੋ ਕਲਿੱਕ ਕਰੋ, ਠੀਕ ਹੈ, ਦੇਖਿਆ ਸਾਰਿਆਂ ਨੂੰ ਸ਼ੋ ਹੋਇਆ। ਉੱਥੋਂ ਦੀ ਜਿਹੜਾ ਪਹਿਲਾ ਸ਼ਬਦ, ਪਹਿਲਾ ਸ਼ਲੋਕ ਆਰੰਭ ਹੁੰਦਾ ਹੋਵੇ, ਜਿਵੇਂ ਧਨਾਸਵੀ ਮਹਿਲਾ ਪੰਜਵਾਂ, ਧਨਾਸਵੀ ਮਹਿਲਾ ਪਹਿਲਾ, ਬਿਲਾਵਲ ਮਹਿਲਾ ਪੰਜਵਾਂ, ਜਾਂ ਓਨਲੀ ਕੇਵਲ ਸ਼ਲੋਕ ਹੀ ਲਿਖਿਆ ਹੁੰਦਾ, ਉੱਥੋਂ ਆਪਾਂ ਉਹ ਪੜ੍ਹਨਾ ਸ਼ੁਰੂ ਕਰਦੇ ਹਾਂ, ਆਰੰਭ ਕਰਦੇ ਹਾਂ। ਅੱਗੇ ਸਲਾਈਡ ਕਰੋ, ਠੀਕ ਹੈ। ਹੁਣ ਦੇਖੋ ਇਹ ਆ ਗਿਆ ਧਨਾਸਵੀ ਮਹਿਲਾ ਚੌਥਾ। ਹੁਣ ਇਹ ਧਨਾਸਵੀ ਮਹਿਲਾ ਚੌਥਾ ਆਰੰਭ ਤੋਂ ਨਹੀਂ ਹੈ, ਆਰੰਭ ਤੋਂ ਨਹੀਂ ਹੈ, ਇਹ ਅੱਗੇ ਹੈ। ਹੁਣ ਆਪਾਂ ਕੀ ਕਰਾਂਗੇ, ਹੈ ਤਾਂ ਪਹਿਲੀ ਤੁਕੀ ਹੈ, ਪਹਿਲੀ ਲਾਈਨ ਹੀ ਹੈ ਨਾ। ਹੁਣ ਆਪਾਂ ਇੱਥੋਂ ਲਵਾਂਗੇ ਜਾਂ ਕਿੱਥੋਂ ਲਵਾਂਗੇ, ਦੱਸੋ ਦੱਸੋ ਬੇਟਾ, ਕਿੱਥੋਂ ਲਵਾਂਗੇ? ਹੁਣ ਆਪਾਂ ਪਿਛਲੇ ਅੰਗ ਤੋਂ ਲਵਾਂਗੇ। ਜੇ ਇਹ ਧਨਾਸਵੀ ਮਹਿਲਾ ਚੌਥਾ ਇੱਥੇ ਲਿਖਿਆ ਹੁੰਦਾ ਜਿੱਥੇ ਪਹਿਲਾਂ ਮੈਂਸ਼ਨ ਕੀਤਾ ਹੋਇਆ ਸੀ, ਪਿਛਲੀ ਸਲਾਈਡ ਕਰੋ। हाँ वो हमें दोस्तों हाँ हाँ पीछे स्लाइड करो। देखो बेटा ये इत्थे बिलावल महला पंजवां, एक्चुअली ये की है बिलावल महला पंजवां, धनासवी महला पहला या धनासवी महला पंजवां की है? ये शब्द तो पहला राग मैंशन किया गया। धनासवी का मतलब राग, बिलावल का मतलब राग बिलावल, महला पंजवां का मतलब पंजवां शरीर, पंजवें गुरु। धनासवी राग दे विच च लिखिया धनासवी महला पंजवां, धनासवी राग दे विच पंजवें पातशाह जी का यह शब्द है, भाव पंजवें पातशाह का यह उच्चारण किया होया शब्द धनासवी राग दे विच है। जे बिलावल महला पंजवां लिखिया तो मतलब बिलावल राग दे विच है। हुण जे तो उत्थों आराम होंदा पिया फिर आपां उत्थों बोलांगे, तो जे अगे आ गया चाहे नैक्सट लाइन नहीं आया
ਚਾਹੇ ਅੱਧੀ ਲਾਈਨ ਤੋਂ ਬਾਅਦ ਹੀ ਆਇਆ, ਪਰ ਆਪਾਂ ਸ਼ਬਦ ਕਿਹੜਾ ਪੜ੍ਹਨਾ ਹੈ? ਉੱਪਰਲਾ ਹੀ ਪੜ੍ਹਨਾ ਹੈ। ਤੇ ਉੱਪਰਲਾ ਹੁਣ ਪਿੱਛੋਂ ਸ਼ੁਰੂ ਹੁੰਦਾ ਪਿਆ, ਤਾਂ ਫਿਰ ਆਪਾਂ ਇੱਕੋ ਅੰਗ ਪਰਤਾ ਕੇ, ਇਹ ਨਹੀਂ 2 ਅੰਗ ਪਰਤਾਣੇ ਆ, ਨਹੀਂ, ਜੇ 4 ਅੰਗ ਪਰਤਾਣੇ ਆ, ਨਹੀਂ, ਜਾਂ ਆਪਾਂ ਵਿੱਚੋਂ ਦੀਆਂ ਇੱਦਾਂ ਲੈ ਲੈਂਦੇ ਆ, ਇਹ ਵੀ ਨਹੀਂ। ਤੁਸੀਂ ਰੁਮਾਲਾ ਸਾਹਿਬ ਚੁੱਕਿਆ, ਚੁੱਕਦੇ ਸਾਰ ਜਿਹੜਾ ਸਭ ਤੋਂ ਉੱਪਰ ਖੱਬੇ ਪੰਨੇ ਤੇ ਜਿਹੜਾ ਸ਼ਬਦ ਹੈ ਉਹ ਆਪਾਂ ਪੜ੍ਹਨਾ ਹੈ। ਅੱਗੇ ਕਹੋ ਵੀ ਜੀ, ਫਿਰ ਇੱਕ ਵਾਰ, ਜੇ ਉਹ ਸ਼ਬਦ ਪਿਛਲੇ ਪੰਨੇ ਤੋਂ ਸ਼ੁਰੂ ਹੋਇਆ, ਹੁਣ ਪੰਨਾ ਆਪਾਂ ਪਰਤਿਆ, ਠੀਕ ਹੈ, ਉਹ ਹੁਣ ਸ਼ਬਦ ਜਿਹੜਾ ਸ਼ੁਰੂ ਹੋਇਆ, ਅੱਗੇ ਕਹੋ, ਹਾਂਜੀ, ਹਾਂ, ਉਹ ਆਪਾਂ ਕਰਦੇ ਹਾਂ। ਕੋਸ਼ਿਸ਼ ਕਰਨੀ ਚਾਹੀਦੀ ਹੈਗੀ ਆਪਾਂ ਇੱਕ ਹੱਥ ਦੀ ਬਜਾਏ ਅੱਗੇ 2 ਹੱਥ ਦੇ ਨਾਲ ਅੰਗ ਪਰਤਾਈਏ ਸਤਿਕਾਰ ਦੇ ਨਾਲ, ਕਿਉਂਕਿ ਗੁਰੂ ਪਾਤਸ਼ਾਹ ਜਿੰਨਾ ਪਿਆਰ ਤੁਸੀਂ ਦਿਖਾਓਗੇ, ਜਿੰਨੇ ਤੁਹਾਡੇ ਅੰਦਰ ਭਾਵਨਾ ਹੋਏਗੀ, ਜਿੰਨੀ ਤੁਹਾਡੇ ਅੰਦਰ ਸ਼ਰਧਾ ਹੋਏਗੀ, ਉਨਾ ਹੀ ਤੁਸੀਂ ਗੁਰੂ ਦੇ ਨਾਲ ਪਿਆਰ ਕਰੋਗੇ, ਉਨਾ ਹੀ ਤੁਸੀਂ ਗੁਰੂ ਦੇ ਨਾਲ ਜੁੜੋਗੇ। ਠੀਕ ਹੈ, ਇੱਕ ਵਾਰ ਫਿਰ ਪਿੱਛੇ ਕਰੋ, ਇਹ ਦੇਖੋ ਪੰਨਾ ਪਰਤਿਆ, ਹੁਣ ਪੰਨਾ ਪਰਤ ਕੇ ਉਹੀ ਸ਼ਬਦ ਜਿਹੜੀ ਤੁਕ ਨੈਕਸਟ ਪੰਨੇ ਤੇ ਆਈ ਸੀ, ਉਹੀ ਲਾਸਟ ਵਾਲਾ, ਅਖੀਰਲਾ ਵਾਲਾ, ਇਹ ਨਹੀਂ ਤੁਸੀਂ ਪੰਨਾ ਪਰਤਿਆ ਹੁਣ ਪੰਨਾ ਪਰਤਨ ਤੋਂ ਉੱਪਰ ਸ਼ਬਦ ਲੈ ਲਓ ਜਾਂ ਵਿਚਕਾਰ ਲਓ, ਵਿਚਕਾਰ ਲੈ ਲਓ, ਉਹ ਨਹੀਂ, ਲਾਸਟ ਵਾਲਾ ਸ਼ਬਦ ਲੈਣਾ ਹੈ। ਅੱਗੇ ਕਹੋ ਵੀ ਜੀ, ਠੀਕ ਹੈ, ਇਹ ਲਾਸਟ ਵਾਲਾ ਲਿਆ, ਫਿਰ ਜਿੱਥੋਂ ਸ਼ੁਰੂ ਹੋਇਆ ਬਿਲਾਵਲ ਮਹੱਲਾ ਪੰਜਵਾਂ, ਧਨਾਸੀ ਮਹੱਲਾ ਪਹਿਲਾ, ਜਾਂ ਜਿਹੜਾ ਵੀ ਰਾਗ ਚੱਲ ਰਿਹਾ, ਆਸਾ ਮਹੱਲਾ ਪਹਿਲਾ, ਆਸਾ ਮਹੱਲਾ ਪੰਜਵਾਂ, ਆਸਾ ਮਹੱਲਾ ਤੀਜਾ, ਜਿਹੜਾ ਵੀ ਰਾਗ ਚੱਲ ਰਿਹਾ, ਉੱਥੋਂ ਰਾਗ ਸ਼ਬਦ ਸ਼ੁਰੂ ਕਰਕੇ ਆਪਾਂ ਸ਼ਬਦ ਪੜ੍ਹਨਾ, ਆਰਾਮ ਕਰਨਾ। ਹੁਣ ਆ ਗਈ ਗੱਲ ਸਮਾਪਤੀ ਕਿੱਥੇ ਕਰਨੀ ਹੈ? ਕੌਣ ਦੱਸੇਗਾ ਸਮਾਪਤੀ ਕਿੱਥੋਂ ਕਰਨੀ ਹੈ? ਹਾਂਜੀ ਬੇਟਾ, ਆ ਜਾਓ ਇੱਥੇ ਅੱਗੇ ਆ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਆਪਾਂ ਸਮਾਪਤੀ ਕਰਦੇ ਜੀ, ਰਹਿਰਾਸ ਪਾਠ ਕਰਨ ਤੋਂ ਬਾਅਦ, ਹੁਕਮਨਾਮਾ ਲੈਣ ਤੋਂ ਬਾਅਦ ਹੀ ਸੋਹਲਾ ਸਾਹਿਬ ਦਾ ਪਾਠ ਲੈ ਕੇ ਫਿਰ ਸਮਾਪਤ ਕਰਨੀ ਚਾਹੀਦੀ ਹੈ। ਆਪਾਂ ਸ਼ਬਦ ਪੜਿਆ ਬਿਲਾਵਲ ਮਹੱਲਾ ਪੰਜਵਾਂ, ਧਨਾਸੀ ਮਹੱਲਾ ਪੰਜਵਾਂ ਪੜਿਆ, ਘੁਮਦਾਤੇ ਠਾਕੁਰ ਪ੍ਰਤਪਾਲਕ ਸ਼ਬਦ ਆ ਗਿਆ। ਹੁਣ ਉਹਦੀ ਸਮਾਪਤੀ ਕਿਵੇਂ ਕਰਾਂਗੇ? ਹੁਕਮਨਾਮਾ ਲੈ ਲਾਸਟ ਵਾਲਾ ਵਾਕ ਜਿਹੜਾ ਹੁੰਦਾ ਜੀ, ਸ਼ਬਦ ਲਾਈਨ ਜਿਹੜੀ ਹੁੰਦੀ ਹੈ ਜੀ, ਉਹ 2 ਵਾਰ ਕੀਰਤਨ ਦੇ ਤੌਰ 'ਤੇ ਜਿਵੇਂ ਆਪਾਂ ਪੜ੍ਹਦੇ ਹਾਂ ਉਵੇਂ ਪੜ੍ਹਨੀ ਹੈ 2 ਵਾਰ ਹੀ। ਨੈਕਸਟ ਸਲਾਈਡ ਕਰੋ। ਹੋਰ ਕੋਈ ਬੱਚਾ ਆਇਓ ਬੇਟਾ, ਹਾਂ ਦੱਸੋ। ਜਿਹੜਾ ਸ਼ਬਦ ਅਸੀਂ ਪੜ੍ਹ ਰਹੇ ਹਾਂ, ਜਿੱਥੇ ਲਾਸਟ ਨਾਨਕ ਸ਼ਬਦ ਆ ਜਾਵੇ, ਉੱਥੇ ਵਾਕ ਦੀ ਸ਼ਬਦ ਦੀ ਸਮਾਪਤੀ ਕਰਨੀ ਚਾਹੀਦੀ। ਬਿਲਕੁਲ ਠੀਕ ਹੈ। ਤੇ ਜੇ ਮਤਲਬ ਕਿਸੇ ਭਗਤ ਸਾਹਿਬਾਨ ਦੀ ਬਾਣੀ 'ਚ ਆਇਆ, ਤਾਂ ਜਿੱਥੇ ਭਗਤ ਦਾ ਨਾਮ ਆ ਜਾਵੇ, ਜਿਵੇਂ ਕਬੀਰ ਜੀ, ਰਵਿਦਾਸ ਜੀ, ਉੱਥੇ ਸਮਾਪਤੀ। ਬਿਲਕੁਲ ਠੀਕ ਹੈ। ਜਿੱਥੇ ਉਸ ਸ਼ਬਦ ਦੇ ਅਖੀਰ ਦੇ ਵਿੱਚ ਨਾਨਕ ਸ਼ਬਦ ਆ ਜਾਵੇ, ਉੱਥੇ ਉਸ ਸ਼ਬਦ ਦੀ ਸਮਾਪਤੀ ਹੋਏਗੀ। ਆਪਾਂ ਪਹਿਲੀਆਂ 2 ਜਿਹੜੀ ਪੰਕਤੀਆਂ ਹੁੰਦੀਆਂ, ਪਹਿਲੀ ਪੰਕਤੀ ਉਹਨੂੰ 2 ਵਾਰ ਬੋਲਦੇ ਹਾਂ। ਜਿੱਥੇ ਅਖੀਰ ਦੇ ਵਿੱਚ ਜਿੱਥੇ ਨਾਨਕ ਸ਼ਬਦ ਆ ਜਾਵੇ, ਉਸ ਪੰਕਤੀ ਨੂੰ ਵੀ 2 ਵਾਰ ਪੜ੍ਹ ਕੇ ਆਪਾਂ ਫਤਿਹ ਬੁਲਾ ਦਿੰਦੇ ਹਾਂ, ਭਾਵ ਉੱਥੇ ਹੁਕਮਨਾਮੇ ਦੀ ਸਮਾਪਤੀ ਹੁੰਦੀ ਹੈ। ਵੀ ਜੀ ਕਹੋ ਅੱਗੇ ਦੇਖੋ, ਅੰਤ ਵਿੱਚ ਨਾਨਕ ਨਾਮ ਵਾਲੀ ਤੁਕ ਤੇ ਭੋਗ ਪਾਇਆ ਜਾਵੇ, ਇਹ ਰਹਿਤ ਮਰਿਆਦਾ ਤੋਂ ਲਿਆ ਗਿਆ। ਅੱਛਾ, ਹੁਣ ਜੇ ਮੰਨ ਲਓ ਸ਼ਬਦ ਭਗਤ ਬਾਣੀ ਤੋਂ ਆ ਗਿਆ, ਭਗਤ ਰਵਿਦਾਸ ਜੀ ਦਾ ਆ ਗਿਆ, ਭਗਤ ਕਬੀਰ ਜੀ ਦਾ ਆ ਗਿਆ, ਹੁਣ ਉੱਥੇ ਤਾਂ ਨਾਨਕ ਨਾਮ ਨਹੀਂ ਆਏਗਾ, ਉੱਥੇ ਫਿਰ ਉਸ ਭਗਤ ਦਾ ਨਾਮ ਆਏਗਾ, ਭਗਤ ਰਵਿਦਾਸ ਜੀ। ਠੀਕ ਹੈ, ਜਿਵੇਂ ਆਂਦਾ ਕਹਿ ਰਵਿਦਾਸ ਸੁਣੋ ਇਹ ਸੰਤੋ, ਠੀਕ ਹੈ, ਉੱਥੇ ਫਿਰ ਉਸ ਭਗਤ ਦਾ ਨਾਮ ਆ ਜਾਏਗਾ। ਉਸ ਅਖੀਰਲੀ ਤੁਕ ਦੇ ਵੀ ਭਗਤ ਦਾ ਨਾਮ ਹੁੰਦਾ, ਉਸ ਅਖੀਰਲੀ ਤੁਕ ਨੂੰ 2 ਵਾਰ ਪੜ੍ਹ ਕੇ ਫਿਰ ਉਸ ਸ਼ਬਦ ਦੀ ਆਪਾਂ ਸਮਾਪਤੀ ਕਰਦੇ ਹਾਂ। ਅੱਗੇ ਕਹੋ, ਠੀਕ ਹੈ। ਉਹ ਦੇਖੋ, ਉਹ ਨਾਨਕ ਆ ਗਿਆ, ਮੈਂਸ਼ਨ ਹੋਇਆ ਗੋਲੇ ਦੇ ਵਿੱਚ, ਓਕੇ। ਉੱਥੇ ਹੁਣ ਨਾਨਕ ਆ ਗਿਆ, ਉਹ ਵਾਲੀ ਤੁਕ ਨੂੰ 2 ਵਾਰ ਪੜ੍ਹ ਕੇ, ਨਾਨਕ ਸੰਗਤ ਸਾਧ ਹਰ ਮੇਲੋ ਹਮ ਸਾਧ ਜਨਾ ਪਗ ਆਲੀ, ਉਹ ਵਾਲੀ ਤੁਕ ਨੂੰ ਆਪਾਂ 2 ਵਾਰ ਪੜ੍ਹ ਕੇ, ਕਿਉਂਕਿ ਇਹ ਵਾਲੀ ਤੁਕ ਇੱਕ ਵਾਰ ਪਿਛਲੀ ਅੰਗ ਤੋਂ ਹੀ ਸ਼ੁਰੂ ਹੋਏਗੀ, ਉਹ ਵਾਲੀ ਵੀ ਤੁਕ ਤੇ ਇਹ ਵਾਲੀ ਤੁਕ ਪੜ੍ਹ ਕੇ ਇੱਥੇ ਫਿਰ ਸਮਾਪਤੀ ਹੋਏਗੀ। ਅੱਗੇ ਕਹੋ ਜੀ। ਫਿਰ ਇਸ ਤੋਂ ਬਾਅਦ ਅਗਲਾ ਸਟੈਪ ਕੀ ਹੁੰਦਾ ਵੇ? ਕਈ ਵਾਰ ਜਿਹੜਾ ਹੁਕਮਨਾਮਾ ਵੇ ਇਹ ਵਾਰ ਦੇ ਵਿੱਚੋਂ ਆ ਜਾਂਦਾ। ਵਾਰ ਦੇ ਵਿੱਚ ਕੀ ਹੁੰਦਾ ਵੇ? ਸ਼ਬਦ ਦੇ 4 ਬੰਦ ਹੁੰਦੇ ਨੇ, ਕਿਸੇ ਸ਼ਬਦ ਦੇ 3 ਬੰਦ ਹੁੰਦੇ ਨੇ, ਕਿਸੇ ਦੇ 4 ਹੁੰਦੇ ਨੇ, ਕਿਸੇ ਦੇ 5, ਕਿਸੇ ਦੇ 6 ਵੀ ਹੁੰਦੇ ਆ।
ਵਾਰ ਦੇ ਵਿੱਚ ਕੀ ਹੁੰਦਾ ਵੇ, ਨਾਲ ਪੌੜੀ ਹੁੰਦੀ ਹੈ। ਜਿਵੇਂ ਹੁਣ ਜਿਹੜਾ ਵੀਰ ਜੀ ਨੇ ਸ਼ਬਦ ਪੜ੍ਹਿਆ ਸੀ, ਬਸੰਤ ਸਵਰਗ ਲੋਕੇ ਜਿੱਤੇ ਪ੍ਰਿਥਵੀ ਨਵ ਖੰਡਣੇ, ਹੈ ਨਾ, ਉਹਦੇ ਵਿੱਚ ਕੀ ਸੀਗਾ, ਵਾਰ ਦੇ ਵਿੱਚ ਕੀ ਹੁੰਦਾ, ਉਹ ਵਾਰ ਦੇ ਵਿੱਚੋਂ ਸ਼ਬਦ ਆਇਆ ਸੀਗਾ, ਸ਼ਲੋਕ ਆਇਆ ਸੀ ਨਾ, ਸ਼ਲੋਕ ਦੇ ਵਿੱਚ ਵਾਰ ਸੀਗੀ, ਉਸ ਵਾਰ ਦੇ ਵਿੱਚ ਕੀ ਹੁੰਦਾ, ਉਹਦੇ ਨਾਲ ਫਿਰ ਪੌੜੀ ਹੁੰਦੀ ਹੈ। ਉੱਥੇ ਨਾਨਕ ਤੋਂ ਬਾਅਦ ਪੌੜੀ ਆਏਗੀ। ਜਿੱਥੇ ਵਿੱਚ ਵਾਰ ਦੇ ਵਿੱਚੋਂ ਹੁਕਮਨਾਮਾ ਆਵੇ, ਪੌੜੀ ਆਵੇ, ਤਾਂ ਉਸ ਪੌੜੀ ਨੂੰ ਵੀ ਪੜ੍ਹਨਾ ਹੁੰਦਾ ਵੇ, ਤੇ ਉਸ ਪੌੜੀ ਦੇ ਅਖੀਰ ਦੇ ਵਿੱਚ ਜਿੱਥੇ ਨਾਨਕ ਆ ਜਾਵੇ, ਉੱਥੇ ਫਿਰ ਸਮਾਪਤੀ ਕੀਤੀ ਜਾਂਦੀ ਹੈ। ਸਮਝ ਲੱਗੀ ਬੇਟਾ ਮੇਰੀ ਗੱਲ ਨੂੰ? ਫੋਲੋ ਕੀਤਾ? ਜੇ ਕਿਸੇ ਨੇ ਕੁਝ ਪੁੱਛਣਾ ਬੇਸ਼ੱਕ ਹੁਣੇ ਪੁੱਛਿਆ ਜਾ ਸਕਦਾ, ਕੱਲ੍ਹ ਨੂੰ ਫਿਰ ਮੈਂ ਤੁਹਾਨੂੰ ਰਿਵੀਜ਼ਨ ਵਾਸਤੇ ਜਾਂ ਤੁਹਾਡਾ ਟੈਸਟ ਲੈਣ ਵਾਸਤੇ ਪੁੱਛਾਂ, ਫਿਰ ਨਾ ਕਿ ਉਹ ਮੈਨੂੰ ਆਉਂਦਾ ਨਹੀਂ ਹੈ। ਅਸੀਂ ਇੱਥੇ ਕਰਵਾਉਣਾ ਹੈ, ਤੁਹਾਨੂੰ ਲੈ ਕੇ ਦਿਖਾਉਣਾ ਹੈ, ਤੁਸੀਂ ਲੈ ਕੇ ਦਿਖਾਉਣਾ ਸਾਨੂੰ, ਠੀਕ ਹੈ? ਅੱਗੇ ਕਹੋ, ਠੀਕ ਹੈ? ਉਹ ਦੇਖੋ ਪੌੜੀ ਆ ਗਈ ਉੱਤੇ। ਹੁਣ ਉੱਥੇ ਆ ਗਿਆ ਸ਼ਬਦ ਸਾਚਾ ਸਦਾ ਸੁਹਾਗਣ ਨਾਲ ਮਹਲਾ ਤੀਜਾ। ਮਹਲਾ ਤੀਜਾ ਲਿਖਿਆ ਹੋਇਆ, ਹੁਣ ਇਹ ਆਪਾਂ ਨੂੰ ਪੜ੍ਹਨਾ ਪਏਗਾ, ਠੀਕ ਹੈ? ਇਹ ਪੜ੍ਹਿਆ, ਉਸ ਤੋਂ ਬਾਅਦ ਆ ਗਈ ਪੌੜੀ। ਉਸ ਪੌੜੀ ਨੂੰ ਵੀ ਪੜਾਂਗੇ। ਉਸ ਪੌੜੀ ਤੋਂ ਬਾਅਦ ਜਿੱਥੇ ਆ ਗਿਆ ਤੇਰਾ ਹੁਕਮ ਨਿਰਾਲਾ ਤੋਂ ਬਾਅਦ ਆਪੇ ਆਪ ਵਰਤਦਾ ਆਪੇ ਪ੍ਰਤਪਾਲਾ, ਇਹ ਵਾਲੀ ਤੁਕ ਨੂੰ 2 ਵਾਰ ਪੜ੍ਹ ਕੇ ਇੱਥੇ ਹੁਕਮਨਾਮੇ ਦੀ ਸਮਾਪਤੀ ਆਏਗੀ। ਹਾਂਜੀ ਬੇਟਾ, ਨਹੀਂ, ਮਹਲਾ ਤੀਜਾ ਤੋਂ ਪਹਿਲਾਂ ਵੀ ਸ਼ਲੋਕ ਮਹਲਾ ਆਏਗਾ, ਓਕੇ? ਉਸ ਨੂੰ ਪੜਾਂਗੇ, ਜਿਵੇਂ ਲਿਖਿਆ ਨਾ ਸ਼ਲੋਕ ਮਹਲਾ ਤੀਜਾ, ਐਵੇਂ ਹੀ ਕੋਈ ਸ਼ਲੋਕ ਮਹਲਾ ਦੂਜਾ, ਸ਼ਲੋਕ ਮਹਲਾ ਤੀਜਾ, ਸ਼ਲੋਕ ਮਹਲਾ ਪੰਜਵਾਂ ਹੋਏਗਾ, ਉਹਨੂੰ ਪੜਾਂਗੇ। ਉਸ ਤੋਂ ਬਾਅਦ ਫਿਰ ਮਹਲਾ ਤੀਜਾ ਆਉਂਦਾ ਹੈ। ਕਈ ਵਾਰ ਮਹਲਾ ਤੀਜਾ ਨਹੀਂ ਆਉਂਦਾ, ਕਈ ਵਾਰ ਸਿੱਧੀ ਪੌੜੀ ਆ ਜਾਂਦੀ ਹੈ। ਕਹਿਣ ਤੋਂ ਭਾਵ ਜੇ ਵਾਰ ਦੇ ਵਿੱਚ ਹੋਵੇ, ਪੌੜੀ ਪੜ੍ਹ ਕੇ ਹੀ ਸਮਾਪਤੀ ਹੋਏਗੀ। ਉਹ ਚਾਹੇ ਮਹਲਾ ਤੀਜੇ ਤੋਂ ਬਾਅਦ ਆਵੇ ਜਾਂ ਮਹਲੇ ਤੀਜੇ ਤੋਂ ਪਹਿਲਾਂ ਆ ਜਾਵੇ, ਉਹ ਪੌੜੀ ਪੜ੍ਹ ਕੇ ਹੀ ਸਮਾਪਤੀ ਹੋਏਗੀ। ਅੱਗੇ ਕਰੋ, ਠੀਕ ਹੈ? ਦੇਖੋ ਐਉ ਦਿੱਤਾ ਹੋਇਆ, ਇੱਥੋਂ ਹੁਣ ਨਵਾਂ ਸ਼ਬਦ ਸ਼ੁਰੂ ਹੋ ਜਾਏਗਾ। ਪਿੱਛੇ ਕਰੋ, ਅੱਗੇ 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 ਕਰੋ।